ਡੀਅਰ ਸਟੂਡੈਂਟਸ, ਅੱਜ ਅਸੀਂ 10th ਕਲਾਸ ਦੇ ਚੈਪਟਰ ਨੰਬਰ 4 ਕੁਆਡਰੇਟਿਕ ਇਕੁਏਸ਼ਨ ਜਿਨ੍ਹਾਂ ਨੂੰ ਅਸੀਂ ਦੋ ਘਾਤੀ ਸਮੀਕਰਨ ਕਹਿੰਦੇ ਹਾਂ ਉਸ ਦੇ ਬਾਰੇ ਜਾਣਕਾਰੀ ਲਵਾਂਗੇ। ਤੋਂ ਅਸੀਂ ਦੋ ਘਾਤੀ ਸਮੀਕਰਨਾਂ ਨੂੰ ਪੜ੍ਹਨ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਦੋ ਘਾਤੀ ਬਹੁਪਦ ਕੀ ਹੁੰਦਾ ਹੈ। ਦੋ ਘਾਤੀ ਬਹੁਪਦ ਉਹ ਬਹੁਪਦ ਹੈ ਜਿਸ ਦੇ ਵਿੱਚ ਚਲ ਦੀ ਜੋ ਹਾਈਐਸਟ ਪਾਵਰ ਹੈ, ਮੈਕਸਿਮਮ ਪਾਵਰ ਜੋ ਹੈ ਦੈਟ ਇਜ਼ 2। ਇਸ ਲਈ ਅਸੀਂ ਇਸ ਨੂੰ ਦੋ ਘਾਤੀ ਬਹੁਪਦ ਕਹਿੰਦੇ ਹਾਂ। ਪਰ ਇਹਦੇ ਵਿੱਚ ਇਹ ਜ਼ਰੂਰੀ ਹੈ ਕਿ ਜੋ x ਦੀ ਘਾਤ 2 ਦਾ ਇੱਥੇ ਕੋਫੀਸ਼ੀਐਂਟ ਹੈ ਉਹ 0 ਦੇ ਬਰਾਬਰ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ। ਓਕੇ, ਇਹਨੂੰ ਅਸੀਂ ਦੋ ਘਾਤੀ ਬਹੁਪਦ ਕਹਿੰਦੇ ਹਾਂ ਜਿਸ ਬਹੁਪਦ ਦੇ ਵਿੱਚ x ਦੀ ਜੋ ਮੈਕਸਿਮਮ ਘਾਤ ਹੈ ਜਾਂ ਜੋ ਵੀ ਚੱਲ ਹੈ ਉਸ ਦੀ ਮੈਕਸਿਮਮ ਘਾਤ ਜੋ ਹੈ ਉਹ 2 ਹੋਵੇ, ਉਸਨੂੰ ਅਸੀਂ ਦੋ ਘਾਤੀ ਬਹੁਪਦ ਕਹਿੰਦੇ ਹਾਂ। ਇੱਥੋਂ ਹੀ ਅਸੀਂ ਜਿਹੜਾ ਦੋ ਘਾਤੀ ਸਮੀਕਰਨ ਪ੍ਰਾਪਤ ਕਰਦੇ ਹਾਂ। ਕਿਸ ਤਰੀਕੇ ਦੇ ਨਾਲ? ਜੇਕਰ ਅਸੀਂ ਇਸ ਬਹੁਪਦ ਨੂੰ 0 ਦੇ ਬਰਾਬਰ ਕਰ ਦਈਏ ਤੇ ਇੱਧਰ ਸਾਡਾ ax² ਪਲੱਸ bx ਪਲੱਸ c ax² ਪਲੱਸ bx ਪਲੱਸ c ਹੋਵੇ, ਇਸ ਨੂੰ ਅਸੀਂ 0 ਦੇ ਬਰਾਬਰ ਕਰ ਦਈਏ ਤੇ ਇਹ ਸਾਡੇ ਕੋਲ ਦੋ ਘਾਤੀ ਸਮੀਕਰਨ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਸਮੀਕਰਨ ਔਰ ਬਹੁਪਦ ਦੇ ਵਿੱਚ ਇਹੀ ਡਿਫਰੈਂਸ ਹੈ ਕਿ ਸਮੀਕਰਨ ਜੋ ਹੈ ਉਹਦੇ ਵਿੱਚ ਸਾਡੇ ਕੋਲ ਕੁਝ ਲੈਫਟ ਹੈਂਡ ਸਾਈਡ ਤੇ ਕੁਝ ਰਾਈਟ ਹੈਂਡ ਸਾਈਡ ਯਾਨੀ ਇੱਕ ਇੱਕ ਬੈਲੈਂਸ ਦੇ ਬਰਾਬਰ ਹੁੰਦਾ ਹੈ। ਜਸਟ ਲਾਈਕ ਇੱਕ ਤਕੜੀ ਜਾਂ ਅਸੀਂ ਬੈਲੈਂਸ ਮੀਨਸ ਕਿ ਉਹਦੇ ਵਿੱਚ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਜ਼ਰੂਰੀ ਹੈ ਔਰ ਬਹੁਪਦ ਦੇ ਵਿੱਚ ਅਸੀਂ ਇਸ ਤਰੀਕੇ ਦਾ ਕੁਛ ਵੀ ਨਹੀਂ ਲੈਂਦੇ। ਠੀਕ ਹੈ ਜੀ, ਇਹ ਸਾਡਾ ਸਮੀਕਰਨ ਬਣ ਗਿਆ। ਸੋ ਇਸ ਨੂੰ ਅਸੀਂ ਦੋ ਘਾਤੀ ਸਮੀਕਰਨ ਕਹਿੰਦੇ ਹਾਂ ਜਿਸ ਦੇ ਵਿੱਚ x ਦੀ ਜੋ ਘਾਤ ਮੈਕਸਿਮਮ ਹੈ ਉਹ 2 ਹੋਵੇ ਔਰ ਇਸ ਦੇ ਵਿੱਚ ਜੋ x² ਦਾ ਕੋਫੀਸ਼ੀਐਂਟ ਹੈ ਉਹ 0 ਦੇ ਬਰਾਬਰ ਨਾ ਹੋਵੇ। ax² ਪਲੱਸ bx ਪਲੱਸ c ਇਜ਼ ਇਕੁਅਲ ਟੂ 0 ਇਹ ਜੋ ਹੈ ਦੋ ਘਾਤੀ ਸਮੀਕਰਨ ਦੀ ਸਟੈਂਡਰਡ ਫਾਰਮ ਹੈ। ਇਸ ਨੂੰ ਅਸੀਂ ਜਨਰਲ ਫਾਰਮ ਦੇ ਵਿੱਚ ਅਸੀਂ ਲਿਖਦੇ ਹਾਂ ਦੋ ਘਾਤੀ ਸਮੀਕਰਨ ਨੂੰ ax² ਪਲੱਸ bx ਪਲੱਸ c ਇਜ਼ ਇਕੁਅਲ ਟੂ 0। ਹੁਣ ਇਸ ਦਾ ਮਤਲਬ ਇਹ ਹੋਇਆ ਕਿ ਇਹਦੇ ਤੋਂ ਅਸੀਂ ਇਹ ਕਨਕਲੂਜਨ ਕੱਢ ਸਕਦੇ ਹਾਂ ਕਿ ਜਦੋਂ ਕਿਸੇ ਵੀ ਸਮੀਕਰਨ ਦੀ ਫੋਰ ਐਗਜ਼ਾਮਪਲ ਅਸੀਂ ਲਿਖਦੇ ਹਾਂ 2x² ਮਾਈਨਸ 3x ਪਲੱਸ 5 ਇਜ਼ ਇਕੁਅਲ ਟੂ 0। ਸੋ ਇਹ ਸਾਡੇ ਕੋਲ ਦੋ ਘਾਤੀ ਸਮੀਕਰਨ ਹੈ। ਜੇਕਰ ਅਸੀਂ ਇਸ ਨੂੰ ax² ਪਲੱਸ bx ਪਲੱਸ c ਇਜ਼ ਇਕੁਅਲ ਟੂ 0 ਦੇ ਨਾਲ ਕੰਪੇਅਰ ਕਰੀਏ ਤੇ ਇੱਧਰ ਵੀ x ਦੀ ਘਾਤ 2 ਹੈ, x ਦੀ ਘਾਤ 2 ਹੈ, a ਹੈ, a ਦੀ ਜਗ੍ਹਾ ਤੇ 2 ਹੈ ਮੀਨਸ x² ਦਾ ਕੋਫੀਸ਼ੀਐਂਟ 2 ਹੈ, ਦਿਸ ਇਜ਼ ਨਾਟ ਇਕੁਅਲ ਟੂ 0। b ਦੀ ਜਗ੍ਹਾ ਦੇ ਉੱਤੇ ਸਾਡੇ ਕੋਲ -3 ਹੈ ਔਰ c ਕਾਂਸਟੈਂਟ ਟਰਮ ਜੋ ਹੈ ਉਹ 5 ਹੈ। ਤਾਂ ਇਹਨੂੰ ਅਸੀਂ ਦੋ ਘਾਤੀ ਸਮੀਕਰਨ ਕਹਿ ਸਕਦੇ ਹਾਂ। ਜੇਕਰ ਅਸੀਂ ਲਿਖੀਏ 2x ਪਲੱਸ 3 ਇਜ਼ ਇਕੁਅਲ ਟੂ 0 ਸੋ ਇਹਨੂੰ ਅਸੀਂ ਦੋ ਘਾਤੀ ਸਮੀਕਰਨ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਵਿੱਚ x ਦੀ ਘਾਤ ਮੈਕਸਿਮਮ ਜੋ ਹੈ ਉਹ 1 ਹੈ। ਇਸ ਨੂੰ ਅਸੀਂ ਦੋ ਘਾਤੀ ਸਮੀਕਰਨ ਨਹੀਂ ਕਹਿ ਸਕਦੇ। ਹੁਣ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜੇਕਰ ਸਾਨੂੰ ਕੋਈ ਸਮੀਕਰਨ ਦਿੱਤਾ ਹੋਵੇ ਤੇ ਅਸੀਂ ਕਿਵੇਂ ਦੇਖ ਸਕਦੇ ਹਾਂ ਕਿ ਉਹ ਜੋ ਸਮੀਕਰਨ ਦਿੱਤਾ ਹੋਇਆ ਵਾ ਉਹ ਦੋ ਘਾਤੀ ਹੈ ਜਾਂ ਨਹੀਂ। ਲਾਈਕ ਦਿਸ ਦੇਖੋ, ਫਸਟ ਐਗਜ਼ਾਮਪਲ ਹੈ x ਪਲੱਸ 1² ਇਜ਼ ਇਕੁਅਲ ਟੂ 2 ਇੰਟੂ x ਮਾਈਨਸ 3। ਸੋ ਇਹਨੂੰ ਅਸੀਂ ਜਦੋਂ ਬ੍ਰੈਕਟ ਇਹਦੀ ਓਪਨ ਕੀਤੀ ਤੇ ਇਹਦੇ ਵਿੱਚ ਸਾਡੇ ਕੋਲ a ਪਲੱਸ b² ਵਾਲਾ ਫਾਰਮੂਲਾ ਲੱਗ ਜਾਏਗਾ a² ਪਲੱਸ b² ਪਲੱਸ 2ab। ਸੋ ਇੱਥੇ ਸਾਡੇ ਕੋਲ ਆ ਜਾਏਗਾ x² ਪਲੱਸ 1 ਪਲੱਸ 2x। ਇੱਥੇ ਇਹਨੂੰ ਬ੍ਰੈਕਟ ਓਪਨ ਕੀਤੀ ਤੇ ਮਲਟੀਪਲੀਕੇਸ਼ਨ ਹੋ ਗਈ 2x ਮਾਈਨਸ 6 ਆ ਜਾਏਗਾ। ਨੈਕਸਟ ਜੋ ਹੈ ਇਹਦੇ ਵਿੱਚ ਅਸੀਂ ਰਾਈਟ ਹੈਂਡ ਸਾਈਡ 'ਤੇ ਜਿੰਨੀਆਂ ਟਰਮਸ ਨੇ ਉਹਨਾਂ ਨੂੰ ਅਸੀਂ ਲੈਫਟ ਹੈਂਡ ਸਾਈਡ 'ਤੇ ਸ਼ਿਫਟ ਕਰ ਲਵਾਂਗੇ ਤਾਂ ਇਹ ਸਾਡੇ ਕੋਲ ਇਹਨੂੰ ਅਸੀਂ 0 ਦੇ ਨਾਲ ਇਕੁਏਟ ਕਰ ਦੇਵਾਂਗੇ। -2x ਐਂਡ ਪਲੱਸ 2x ਕੈਂਸਲ ਹੋ ਜਾਣਗੇ। ਵੀ ਵਿਲ ਗੈਟ x² ਪਲੱਸ 7 ਇਜ਼ ਇਕੁਅਲ ਟੂ 0। ਹੁਣ ਇਸ ਨੂੰ ਜੇ ਅਸੀਂ ਇਸ ਦੇ ਨਾਲ ax² ਪਲੱਸ bx ਪਲੱਸ c ਇਜ਼ ਇਕੁਅਲ ਟੂ 0 ਦੇ ਨਾਲ ਅਸੀਂ ਇਹਨੂੰ ਕੰਪੇਅਰ ਕਰੀਏ ਤਾਂ ਸਾਡੇ ਕੋਲ ਇੱਥੇ x² ਦਾ ਕੋਫੀਸ਼ੀਐਂਟ ਜੋ ਹੈ ਉਹ 1 ਆ ਜਾਂਦਾ ਹੈ ਯਾਨੀ a ਦੀ ਜਗ੍ਹਾ ਦੇ ਉੱਤੇ 1 ਹੈ। ਸੋ ਦਿਸ ਇਜ਼ ਨਾਟ ਇਕੁਅਲ ਟੂ 0। ਹੁਣ ਇਹਦੇ ਵਿੱਚ ਵੀ ਸਾਡੇ ਕੋਲ x ਦੀ ਜੋ ਮੈਕਸਿਮਮ ਘਾਤ ਹੈ ਉਹ ਹੈ 2। ਸੋ ਇਸ ਨੂੰ ਅਸੀਂ ਦੋ ਘਾਤੀ ਸਮੀਕਰਨ ਕਹਿ ਸਕਦੇ ਹਾਂ। ਸੋ ਨੈਕਸਟ ਅਸੀਂ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ ਇਹੀ ਦੇਖਣ ਲਈ ਕਿ ਕੀ ਇਹ ਦੋ ਘਾਤੀ ਸਮੀਕਰਨ ਹੈ ਜਾਂ ਨਹੀਂ। ਸੇਮ ਉਸੇ ਤਰੀਕੇ ਦੇ ਨਾਲ x² ਮਾਈਨਸ 2x ਇਜ਼ ਇਕੁਅਲ ਟੂ -2 ਇੰਟੂ 3 ਮਾਈਨਸ x। ਇਹਦੀ ਬ੍ਰੈਕਟ ਓਪਨ ਕੀਤੀ ਮਲਟੀਪਲਾਈ -6 ਹੋ ਗਿਆ ਪਲੱਸ 2x ਹੋ ਜਾਏਗਾ।
फिर उस तरीके दे नाल असीं ये सारियां जिहड़ियां टर्म्स ने राइट हैंड साइड वालियां लैफ्ट हैंड साइड ते शिफ्ट करांगे, साइन चेंज हो जाणगे, माइनस का प्लस हो जाएगा, -6 का +6 प्लस 2x का -2x हो जाएगा एंड दिस विल बी इक्वल टू 0। सो इनू सॉल्व करके साडे कोल आ जाएगा x² - 4x + 6। ਜਦੋਂ ਅਸੀਂ ਇਸ ਨੂੰ ਇਹਦੇ ਨਾਲ ਕੰਪੇਅਰ ਕਰਦੇ ਹਾਂ ਤੇ ਫਿਰ ਕੀ ਆ ਜਾਏਗਾ ਸਾਡੇ ਕੋਲ ਇੱਥੇ, ਇਹ ਦੇਖੋ x ਦੀ ਘਾਤ ਮੈਕਸਿਮਮ ਜੋ ਪਾਵਰ ਹੈ ਦੈਟ ਇਜ਼ 2 ਔਰ a ਦੀ ਜਗ੍ਹਾ ਦੇ ਉੱਤੇ ਇੱਥੇ x² ਦਾ ਕੋਫੀਸ਼ੀਐਂਟ ਹੈਗਾ ਆ 1। ਸੋ ਦਿਸ ਇਜ਼ ਨੋਟ ਇਕੁਅਲ ਟੂ 0। ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਇਹ ਵੀ ਸਾਡਾ ਜੋ ਹੈ ਇਹ ਦੋ ਘਾਤੀ ਸਮੀਕਰਨ ਹੀ ਹੈ। ਠੀਕ ਹੈ, ਨੈਕਸਟ ਅਸੀਂ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। थर्ड एग्जाम्पल x × x + 1 + 8 = x + 2 × x - 2। सेम उस तरीके ਦੇ ਨਾਲ ਅਸੀਂ ਇਹਨੂੰ ਸੋਲਵ ਕਰਾਂਗੇ। ਇਹਨੂੰ ਅਸੀਂ ਇੱਥੇ ਮਲਟੀਪਲੀਕੇਸ਼ਨ ਕੀਤੀ ਹੈ, ਇਹਨੂੰ ਅਸੀਂ ਸ਼ਾਰਟ ਫਾਰਮ 'ਚ ਹੋਰ ਵੀ ਕਰ ਸਕਦੇ ਹਾਂ a + b × a - b ਵਾਲਾ ਫਾਰਮੂਲਾ ਲਗਾ ਕੇ ਦਿਸ ਇਜ਼ ਇਕੁਅਲ ਟੂ a² - b²। ਸੋ ਇਹ ਸਾਡੇ ਕੋਲ ਇੱਥੇ ਸੋਲਵ ਕਰਕੇ ਇਹ ਆ ਜਾਏਗਾ। ਇਹਨੂੰ x + 2 × x - 2 ਨੂੰ ਸੋਲਵ ਕਰਕੇ x² - 4 ਇੱਥੇ ਅਸੀਂ ਇਹਨੂੰ ਮਲਟੀਪਲੀਕੇਸ਼ਨ ਕੀਤੀ ਹੈ, ਇਹ ਵੀ ਅਸੀਂ ਕਰ ਸਕਦੇ ਹਾਂ। ਠੀਕ ਹੈ, ਸੋ ਨੈਕਸਟ ਸਾਡੇ ਕੋਲ ਜਦੋਂ ਇਹ ਆ ਗਿਆ ਫਿਰ ਉਸੇ ਤਰ੍ਹਾਂ ਅਸੀਂ ਰਾਈਟ ਹੈਂਡ ਸਾਈਡ ਵਾਲੀਆਂ ਜਿਹੜੀਆਂ ਸਾਰੀਆਂ ਟਰਮਸ ਨੇ ਉਹਨਾਂ ਨੂੰ ਅਸੀਂ ਲੈਫਟ ਹੈਂਡ ਸਾਈਡ 'ਤੇ ਜਦੋਂ ਸ਼ਿਫਟ ਕਰਾਂਗੇ ਤੇ ਸਾਡੇ ਕੋਲ ਆ ਜਾਏਗਾ x ਇੱਧਰ -x² + 4 ਹੋ ਜਾਏਗਾ = 0 ਹੋ ਜਾਏਗਾ। ਹੁਣ ਇੱਥੇ ਸਾਡੇ ਕੋਲ ਕੀ ਹੋਇਆ ਦੇਖੋ x² ਤੇ -x² ਕੈਂਸਲ ਹੋ ਗਏ ਔਰ ਸਾਡੇ ਕੋਲ ਕੀ ਬਚ ਗਿਆ x + 12 = 0। ਹੁਣ ਇਹਦੇ ਵਿੱਚ ਅਸੀਂ ਵੇਖਦੇ ਹਾਂ ਕਿ x ਦੀ ਜੋ ਮੈਕਸਿਮਮ ਪਾਵਰ ਹੈ ਦੈਟ ਇਜ਼ ਓਨਲੀ 1 ਨੋਟ 2। ਸੋ ਇੱਥੇ ਸਾਡੇ ਕੋਲ ਮੈਕਸਿਮਮ ਪਾਵਰ 2 ਨਹੀਂ ਹੈ, ਇਸ ਲਈ ਇਹ ਦੋ ਘਾਤੀ ਸਮੀਕਰਨ ਨਹੀਂ ਹੈ। ਜਦੋਂ ਇਸ ਨੂੰ ਅਸੀਂ ਸਟੈਂਡਰਡ ਫਾਰਮ ਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਸਾਡੇ ਕੋਲ ਅਸੀਂ ਵੇਖਦੇ ਹਾਂ ਕਿ x ਦੀ ਮੈਕਸਿਮਮ ਘਾਤ ਜੋ ਹੈ ਪਾਵਰ ਹੈ 2 ਨਹੀਂ ਹੈ, ਇਸ ਲਈ ਇਹ ਦੋ ਘਾਤੀ ਸਮੀਕਰਨ ਨਹੀਂ ਹੈ। ਸੋ ਇਹ ਸੀਗੇ ਸਮੀਕਰਨ ਕਿ ਤੁਸੀਂ ਕਿਵੇਂ ਦੇਖ ਸਕਦੇ ਹਾਂ ਕਿ ਇਹ ਦੋ ਘਾਤੀ ਸਮੀਕਰਨ ਹੈ ਜਾਂ ਨਹੀਂ। ਸੋ ਇਹ ਜੋ ਬਟੇ ਦੋ ਕੁਐਸਚਨਸ ਨੇ ਇਹ ਤੁਸੀਂ ਆਪ ਆਪਣੇ ਹੋਮਵਰਕ ਦੇ ਵਿੱਚ ਆਪਣੇ ਆਪ ਕਰਕੇ ਦੇਖਣੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅਸੀਂ ਸਮੀਕਰਨ ਦੀ ਜਾਂਚ ਕਿਵੇਂ ਕਰਨੀ ਹੈ, ਕਿਵੇਂ ਦੇਖਣਾ ਹੈ ਕਿ ਦੋ ਘਾਤੀ ਸਮੀਕਰਨ ਹੈ ਜਾਂ ਨਹੀਂ। ਹੁਣ ਤੁਸੀਂ ਇਹਨਾਂ ਦੇ ਵਿੱਚ ਪ੍ਰੈਕਟਿਸ ਕਰਨੀ ਹੈ ਐਂਡ ਥੈਂਕ